रख के उम्मीदां में आया, रख के उम्मीदां में आया। मेरे खुदाया दे तू सहारा, मेरे खुदाया दे तू सहारा। रख के उम्मीदां में आया, रख के उम्मीदां में आया। मेरे खुदाया दे तू सहारा, मेरे खुदाया दे तू सहारा। रूह जिस्म जान विच जो ने गुनाह, तू है दयालु कर देखी मां। रूह जिस्म जान विच जो ने गुनाह, तू है दयालु कर देखी मां। अपनी कृपा दा रख साया, अपनी कृपा दा रख साया। मेरी खुदाया दे तू सहारा, मेरी खुदाया दे तू सहारा। रख के उम्मीदां में आया, रख के उम्मीदां में आया। मेरे खुदाया दे तू सहारा, मेरे खुदाया दे तू सहारा। बाप ਅਤੇ बेटा ਅਤੇ रूह पाक ਦੇ ਨਾਂ ਦੇ ਉੱਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ रूह पाक ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਤ ਭੈਣੋ, ਅੱਜ ਦੇ ਪਹਿਲੇ ਪਾਠ ਵਿੱਚ ਅਸੀਂ ਸੁਣਾਂਗੇ ਕਿ ਕਿਵੇਂ ਹਿਜ਼ਕੀਆ ਰਾਜਾ ਬਿਮਾਰ ਹੋ ਜਾਂਦਾ ਹੈ ਅਤੇ ਉਹਨੂੰ ਮੌਤ ਲਈ ਤਿਆਰੀ ਕਰਨ ਲਈ ਕਿਹਾ ਜਾਂਦਾ ਹੈ। ਅਤੇ ਜਦੋਂ ਰਾਜਾ ਹਿਜ਼ਕੀਆ ਆਪਣੇ ਆਪ ਨੂੰ ਤਿਆਰ ਕਰਦਾ ਹੈ ਅਤੇ ਖੁਦਾ ਨੂੰ ਕਹਿੰਦਾ ਕਿ ਮੈਂ ਜੋ ਤੇਰੇ ਹੁਕਮਾਂ ਦੀ ਪਾਲਣਾ ਕੀਤੀ ਹੈ ਉਸ ਨੂੰ ਯਾਦ ਰੱਖੀ। ਪਰ ਫਿਰ ਇੱਕ ਸੰਦੇਸ਼ ਆਉਂਦਾ ਹੈ, ਹਿਜ਼ਕੀਆ ਰਾਜੇ ਨੂੰ 15 ਸਾਲ ਹੋਰ ਦਿੱਤੇ ਗਏ, ਉਸ ਦੀ ਉਮਰ ਵਿੱਚ ਵਾਧਾ ਕੀਤਾ ਗਿਆ, ਉਸ ਨੂੰ ਜਿੱਤ ਮਿਲਣ ਦਾ ਖੁਦਾ ਨੇ ਸੰਦੇਸ਼ ਦਿੱਤਾ। ਅੱਜ ਦੇ ਪਹਿਲੇ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਖੁਦਾ ਸਾਡੀ ਉਮਰ ਵਿੱਚ ਵੀ ਵਾਧਾ ਕਰ ਸਕਦਾ ਹੈ। ਲੋੜ ਪੈਣ 'ਤੇ ਉਹ ਸਾਨੂੰ ਹਰ ਬਿਮਾਰੀ ਤੋਂ ਚੰਗਾ ਕਰਕੇ ਸਾਡੀ ਉਮਰ ਨੂੰ ਵੀ ਅੱਗੇ ਵਧਾ ਸਕਦਾ ਹੈ ਅਤੇ ਆਪਣੇ ਨਾਂ ਦੀ ਵਡਿਆਈ ਦੇ ਲਈ, ਆਪਣੇ ਨਾਂ ਦੀ ਜਿੱਤ ਦੇ ਲਈ ਉਹ ਸਾਡੇ ਕੋਲੋਂ ਕੰਮ ਲੈ ਸਕਦਾ ਹੈ। ਤੇ ਇਸ ਲਈ ਅਸੀਂ ਖੁਦਾ ਦੇ ਨਾਲ ਹਮੇਸ਼ਾ ਜੁੜੇ ਰਹੀਏ ਅਤੇ ਜੇ ਅਸੀਂ ਖੁਦਾ ਦੀਆਂ ਨਜ਼ਰਾਂ ਵਿੱਚ ਨੇਕ ਇਨਸਾਨ ਹਾਂ ਤਾਂ ਖੁਦਾ ਕਈ ਵਾਰੀ ਸਾਨੂੰ ਸਾਡੇ ਕੋਲ ਹੋਰ ਨੇਕੀ ਦੇ ਕੰਮ ਲੈਣ ਲਈ ਸਾਡਾ ਜੀਵਨ ਅੱਗੇ ਲੰਬਾ ਕਰ ਸਕਦਾ ਹੈ। ਜਿੱਦਾਂ ਕਿ ਅੱਜ ਹਿਜ਼ਕੀਆ ਰਾਜੇ ਦਾ ਉਸਨੇ 15 ਸਾਲ ਉਸ ਦੀ ਜ਼ਿੰਦਗੀ ਦੇ ਵਧਾ ਦਿੱਤੇ ਅਤੇ ਉਸ ਨੂੰ ਅਸੀਰੀਆ ਰਾਜਿਆਂ ਦੇ ਉੱਤੇ ਜਿੱਤ ਦਾ ਵੀ ਵਾਅਦਾ ਕੀਤਾ ਗਿਆ। ਅੱਜ ਅਸੀਂ ਸੰਤ ਬੋਨਾਵੈਂਚਰ ਦਾ ਵੀ ਦਿਨ ਮਨਾਉਂਦੇ ਹਾਂ। ਸੰਤ ਬੋਨਾਵੈਂਚਰ ਬਹੁਤ ਮਹਾਨ ਸੰਤ ਜਾਣੇ ਜਾਂਦੇ ਹਨ। ਦਨਾਈ ਦੇ ਵਿੱਚ, ਭਲਾਈ ਦੇ ਵਿੱਚ, ਨੇਕੀ ਦੇ ਵਿੱਚ, ਪਵਿੱਤਰਤਾ ਦੇ ਵਿੱਚ ਉਹ ਹਰ ਤਰ੍ਹਾਂ ਨਾਲ ਖੁਦਾ ਦੁਆਰਾ ਬਹਾਲ ਕੀਤੇ ਹੋਏ ਇਨਸਾਨ ਸਨ ਅਤੇ ਉਹਨਾਂ ਨੇ ਆਪਣੀ ਸਾਰਾ ਗਿਆਨ, ਆਪਣੀ ਸਾਰੀ ਦਨਾਈ ਖੁਦਾ ਦੀ ਵਡਿਆਈ ਵਿੱਚ ਲਗਾ ਦਿੱਤੀ।
ਇਹ ਉਦਾਹਰਨਾਂ ਜੋ ਸਾਨੂੰ ਮਿਲਦੀਆਂ ਹਨ ਬਾਈਬਲ ਵਿੱਚੋਂ ਅਤੇ ਸੰਤਾਂ ਦੀਆਂ ਜੀਵਨੀਆਂ ਵਿੱਚੋਂ, ਇਹ ਸਾਨੂੰ ਖੁਦਾ ਵੱਲ ਮੁੜਨ ਦੇ ਲਈ ਉਤਸ਼ਾਹਿਤ ਕਰਦੀਆਂ ਹਨ, ਖੁਦਾ ਦੀ ਮਰਜ਼ੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਅਤੇ ਇਸ ਲਈ ਆਓ ਅਸੀਂ ਅੱਜ ਦੇ ਵਚਨ ਤੋਂ ਸਿੱਖੀਏ ਅਤੇ ਸੰਤ ਬੋਨਾਵੈਂਚਰ ਦੇ ਜੀਵਨ ਤੋਂ ਉਦਾਹਰਣ ਲੈ ਕੇ ਆਪਣੇ ਜੀਵਨ ਨੂੰ ਵੀ ਇਹਨਾਂ ਸੰਤਾਂ ਵਰਗਾ ਬਣਾਉਣ ਦੇ ਲਈ ਕੋਸ਼ਿਸ਼ ਕਰੀਏ। ਆਪਣੀਆਂ ਕਮੀਆਂ ਦੇ ਲਈ, ਆਪਣੀਆਂ ਕਮਜ਼ੋਰੀਆਂ ਦੇ ਲਈ, ਆਪਣੇ ਪਾਪਾਂ ਦੇ ਲਈ ਅਸੀਂ ਪਛਤਾਵਾ ਕਰੀਏ ਅਤੇ ਮਾਫੀ ਮੰਗੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਹੈ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਹੈ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। हे प्रभु दया करो, हे प्रभु दया करो, हे मसीह दया करो, हे मसीह दया करो, हे प्रभु दया करो, हे प्रभु दया करो। ਅਸੀਂ ਪ੍ਰਾਰਥਨਾ ਕਰੀਏ। ਹੈ ਪੂਰੀ ਕੁਦਰਤ ਵਾਲੇ ਖੁਦਾ, ਅਸੀਂ ਬਿਸ਼ਪ ਸੰਤ ਬੋਨਾਵੈਂਚਰ ਦਾ ਸਵਰਗ ਵਿੱਚ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਹਾਂ। ਸਾਡੇ ਵੱਲ ਰਹਿਮ ਦੀ ਨਿਗਾਹ ਕਰ, ਬਖਸ਼ ਦੇ ਕਿ ਅਸੀਂ ਉਸ ਦੀ ਦਿਨਾਈ ਨਾਲ ਰੋਸ਼ਨ ਕੀਤੇ ਜਾਈਏ ਅਤੇ ਉਸ ਦੇ ਜੋਸ਼ ਨਾਲ ਸਰਗਰਮ ਕੀਤੇ ਜਾਈਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਖੁਦਾ ਤੁਹਾਡੇ ਦਿਲ ਤੇ ਜ਼ੁਬਾਨ ਤੇ ਤਾਂ ਕਿ ਯੋਗ ਰੀਤੀ ਨਾਲ ਤੁਸੀਂ ਇਸ ਦੀ ਬਾਣੀ ਸੁਣ ਪਾਓ। ਬੇਟੇ ਰੂਹ ਪਾਕ ਤੇ ਨਾ ਧਿਆਨ। पाठ पहला, यशाया नबी दा ग्रंथ, उसका 38 बाब 1 तो 6, 20 तो 21, 22 7 तो 8 आयत तक। उस समय राजा हिजकिया बीमार हो गया ਅਤੇ ਉਸ ਦੀ ਬਿਮਾਰੀ ਇੱਥੋਂ ਤੱਕ ਵੱਧ ਗਈ ਕਿ ਉਹ ਮਰਨ ਦੇ ਨੇੜੇ ਪਹੁੰਚ ਗਿਆ। ਤਦ ਆਮੋਸ ਦਾ ਪੁੱਤਰ ਯਸ਼ਾਇਆ ਨਬੀ ਉਸ ਨੂੰ ਮਿਲਣ ਗਿਆ ਅਤੇ ਬੋਲਿਆ, ਪ੍ਰਭੂ ਦਾ ਤੇਰੇ ਲਈ ਇਹ ਵਚਨ ਹੈ ਕਿ ਤੂੰ ਆਪਣੇ ਟੱਬਰ ਦੇ ਸਭ ਪ੍ਰਬੰਧ ਕਰ ਲੈ, ਕਿਉਂਕਿ ਤੂੰ ਆਪਣਾ ਇਸ ਬਿਮਾਰੀ ਤੋਂ ਚੰਗਾ ਨਹੀਂ ਹੋਵੇਂਗਾ, ਸਗੋਂ ਮਰ ਜਾਵੇਂਗਾ। ਤਦ ਰਾਜਾ ਹਿਜ਼ਕੀਆ ਨੇ ਕੰਧ ਵੱਲ ਆਪਣਾ ਮੂੰਹ ਕੀਤਾ ਅਤੇ ਇਸ ਤਰ੍ਹਾਂ ਪ੍ਰਾਰਥਨਾ ਕਰਨ ਲੱਗਾ, हे प्रभु, तू जानदा है कि मैं किस तरह पूरी ईमानदारी नाल तेरी सेवा कीती अते दिलों तेरे हुक्मां दी पालना कीती है, अते मैं केवल ओही कीता है जो तेनू चंगा लगा है। ये कह के ओ तारा मार के रोण लग पिया। तद यशाया प्रभु दा वचन राजा हिजकिया नू सुना के ਉੱਥੋਂ ਚਲੇ ਗਿਆ, ਪਰ ਉਹ ਅਜੇ ਮਹਿਲ ਦਾ ਵੱਡਾ ਵਿਹੜਾ ਪਾਰ ਕਰਨ ਹੀ ਵਾਲਾ ਸੀ ਕਿ ਤਦ ਪ੍ਰਭੂ ਦਾ ਵਚਨ ਦੁਬਾਰਾ ਉਸ ਕੋਲ ਆਇਆ ਅਤੇ ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਵਾਪਸ ਜਾ ਕੇ ਰਾਜਾ ਹਿਜ਼ਕੀਆ ਨੂੰ ਕਹਿ ਕਿ ਪ੍ਰਭੂ ਤੇਰੇ ਪੁਰਖੇ ਦਾਊਦ ਦਾ ਪਰਮੇਸ਼ਵਰ ਇਸ ਤਰ੍ਹਾਂ ਕਹਿੰਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ
ਅਤੇ ਤੇਰੇ ਹੰਝੂ ਵੀ ਦੇਖੇ ਹਨ। ਮੈਂ ਤੈਨੂੰ 15 ਸਾਲ ਹੋਰ ਜੀਵਨ ਦੇਵਾਂਗਾ। ਮੈਂ ਤੈਨੂੰ ਅਤੇ ਇਸ ਸ਼ਹਿਰ ਦੇ ਅਸੂਰੀ ਰਾਜਾ ਦੇ ਹੱਥੋਂ ਬਚਾਵਾਂਗਾ ਅਤੇ ਮੈਂ ਹਮੇਸ਼ਾ ਇਸ ਸ਼ਹਿਰ ਦੀ ਰੱਖਿਆ ਕਰਾਂਗਾ। ਪ੍ਰਭੂ, ਤੂੰ ਮੈਨੂੰ ਚੰਗਾ ਕੀਤਾ। ਅਸੀਂ ਤੇਰੀ ਉਸਤਤ ਸਾਜ਼ਾਂ ਅਤੇ ਗੀਤ ਗਾ ਕੇ ਕਰਾਂਗੇ। ਅਸੀਂ ਤੇਰੀ ਮਹਿਮਾ ਤੇਰੇ ਮੰਦਿਰ ਵਿੱਚ ਆਪਣੇ ਜੀਵਨ ਭਰ ਕਰਾਂਗੇ। ਯਸ਼ਾਇਆ ਨਬੀ ਨੇ ਰਾਜਾ ਨੂੰ ਕਿਹਾ ਕਿ ਤੂੰ ਅੰਜੀਰਾਂ ਦਾ ਲੇਪ ਬਣਾ ਕੇ ਆਪਣੇ ਫੋੜੇ ਉੱਤੇ ਲਾ, ਤੂੰ ਠੀਕ ਹੋ ਜਾਵੇਂਗਾ। ਰਾਜਾ ਹਿਜ਼ਕੀਆ ਨੇ ਪੁੱਛਿਆ, ਮੇਰੇ ਚੰਗੇ ਹੋਣ ਦਾ ਕੀ ਚਿੰਨ੍ਹ ਹੋਵੇਗਾ? ਯਸ਼ਾਇਆ ਨਬੀ ਨੇ ਉੱਤਰ ਦਿੱਤਾ, ਪ੍ਰਭੂ ਆਪਣਾ ਵਚਨ ਪੂਰਾ ਕਰੇਗਾ। ਇਹ ਤੇਰੇ ਲਈ ਇਹ ਚਿੰਨ੍ਹ ਹੈ। ਰਾਜਾ ਆਹਾਜ਼ ਦੁਬਾਰਾ ਬਣਾਈ ਧੂਪ ਕੜੀ ਦਾ ਪਰਛਾਵਾਂ 10 ਕਦਮ ਪਿੱਛੇ ਹੋ ਜਾਵੇਗਾ। 100 ਪਰਛਾਵਾਂ 10 ਕਦਮ ਪਿੱਛੇ ਹੋ ਗਿਆ। ਇਹ ਪ੍ਰਭੂ ਦੀ ਬਾਣੀ ਹੈ। खुदा दा शुक्र होवे। खुदावंद मेरी तू ही कर रखवाली है। खुदावंद मेरी तू ही कर रखवाली। मेरा सब भरोसा तू ही है रब वाली। मेरा सब भरोसा तू ही है रब वाली। मेरी जा खुदा नो हो कहंदी आई। मेरी जा खुदा नो हो कहंदी आई। तेरी बातों मेरी नहीं है भलाई। तेरी बातों मेरी नहीं है भलाई। ए खुदाबंद मेरी तू ही कर रखवाली। मेरा सब भरोसा तू ही है रब वाली। सारी सृष्टि के मालिक तुम ही हो। सारी सृष्टि के रक्षक तुम ही हो। करते हैं तुझको साधे प्रणाम। गाती है तेरा ही गुणगान। सारी सृष्टि के मालिक तुम ही हो। सारी सृष्टि के रक्षक तुम ही हो। करते हैं तुझको सादे प्रणाम। गाते हैं तेरा ही गुणगान। हालेलुया 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 हालेलुया।
हालेलुया आमीन। प्रभु तुहाडे नाल होवे अति तुहाडी रूह नाल भी होवे। पाठ पवित्र अंजील दा संत मत्ती दे अनुसार। तेरी वडियाई होवे ऐ प्रभु। उस वेले सब्बत दे दिन यीशु अनाज दे खेतां विचों दी लंघ रिहा सी। उसते चेले भुखे सन ते उते दाणियां दे सिੱਟੇ तोड़ तोड़ के खाण लगे। पर जदों फरीसियां ने ये देखिया, उन्हां ने उस नूं कहा, वेख तेरे चेले वो काम करते हैं जो सब्बत दे दिन करना उचित नहीं है। उसने उन्होंने कहा कि तुसी कदी ये नहीं सुनिया कि दाऊद ने की कीता सी जदों वो अते उसदे नाल दे भुखे सन, किस तरह वो खुदा दे घर विच दाखल होया ते हजूरी दीयां रोटियां खादियां जिन्हां नूं खाना सिर्फ कायनां लई जायज़ सी, पर उसदे लई अते जो उसदे नाल सन जायज़ नहीं सी। जां कि तुसी विधान विच ये नहीं पढ़िया कि किस तरह काहीन हैकल विच सब्बत नूं पवित्र नहीं रखदे अते फिर भी दोषी नहीं हुंदे। मैं तुहानूं कहंदा हां, इत्थे वो है जो हैकल तो भी महान है। जेकर तुसी इसदा अर्थ समझ लिया हुंदा कि मैं दया चाहुंदा हां कुर्बानी नहीं, तां तुसी दोषां नूं दोषी ना ठहराया हुंदा, क्योंकि मनुख दा पुत्र सब्बत दा भी प्रभु है। हे प्रभु दी पवित्र अंजील है। तेरी महिमा होवे ऐ मसीहा। मसीह विच मेरे प्यारे भराओ ते भैणों, अज दे अंजील दे विच प्रभु सानू एक बहुत वड्डी गल दसदे हन कि इत्थे वो है जो हैकल तो भी महान है। वो कौन है? वो यीशु मसीह है। इसलिए सानू अज ये दस्या जाता है कि जदों असीं खुदा दी भगती करनी है, खुदा दी उस्तत करनी है, तो जगह नाल कोई मतलब नहीं है। भगती सच्चाई विच होनी चाहिए है अते आत्मिक होनी चाहिए। अते जे दो गल्लां हन साड़ियां प्रार्थनावां विच, साड़ियां खुदा प्रति अर्जा मिन्नतां दे विच, तां साड़ी प्रार्थना हमेशा सुनी जाती है। पर जेकर असीं अपने आप नूं जगह नाल ही स्थापित किया है, तो हो सकदा असीं कई बारी संपूर्ण आत्मिक ना होइए, सच्चे अते संपूर्ण सच्चाई विच भी ना चलदे होइए, क्योंकि बारी तौर ते दिखावा असीं करदे हां, बारी तौर ते दिखावे नूं असीं वेखदे भी हैं। कई लोग खुदा दे हुक्मां दी पालना करदे हन दिखावे लई, अते कुछ लोग दिलों खुदा दे हुक्मां दी पालना करदे हैं। इसदा यह मतलब नहीं कि असीं गिरजाघरां विच नहीं जाना। जो खुदा दा साडे लई हुक्म है, वो सानूं पूरे करने चाहिए ने, चाहे वो ऐतवार दी पाकमास होवे, चाहे वो रोजा होवे, चाहे वो आराधना होवे, चाहे वो सैक्रामेंट होन, चाहे सवेर अते शाम दीयां दुआवां होन। दुनियावी तौर ते असीं सारे काम करते हैं, पर इन्हां दा जो फल है वो सानूं आत्मिक तौर ते मिलदा, असीं मजबूत बनदे ईमान दे विच।
ਸਬਤ ਦਾ ਦਿਨ ਸਾਨੂੰ ਖੁਦਾ ਦੇ ਲਈ ਦਿੱਤਾ ਗਿਆ ਹੈ। ਐਤਵਾਰ ਦਾ ਦਿਨ ਸਾਨੂੰ ਖੁਦਾ ਦੇ ਹਜ਼ੂਰੀ ਵਿੱਚ ਰਹਿਣ ਲਈ ਦਿੱਤਾ ਗਿਆ। ਅਤੇ ਫਰੀਸੀ ਲੋਕ ਇਸ ਦਿਨ ਨੂੰ ਬਹੁਤ ਹੀ ਕੱਟੜਤਾ ਨਾਲ ਮਨਾਉਂਦੇ ਸਨ। ਕਿਸੇ ਨੂੰ ਮਦਦ ਨਹੀਂ ਦੇਣਾ, ਕਿਸੇ ਨੂੰ ਪਾਣੀ ਨਹੀਂ ਪਿਲਾਉਣਾ। ਸਬਤ ਦਾ ਦਿਨ ਮਤਲਬ ਕੁਛ ਨਹੀਂ ਕਰਨਾ। ਖੁਦਾ ਨੇ ਇਦਾਂ ਦਾ ਸਬਤ ਨਹੀਂ ਬਣਾਇਆ ਜਿੱਥੇ ਉਹ ਕਹਿੰਦਾ ਕਿ ਤੁਸੀਂ ਕੁਛ ਨਾ ਕਰੋ, ਕੋਈ ਵੀ ਚੰਗਾ ਕੰਮ ਨਾ ਕਰੋ, ਕੋਈ ਨੇਕ ਕੰਮ ਨਾ ਕਰੋ। ਸਬਤ ਦਾ ਦਿਨ ਸਿਰਫ ਇਨਸਾਨ ਲਈ ਬਣਾਇਆ ਗਿਆ ਕਿ ਉਹ ਆਪਣੇ ਦੁਨਿਆਵੀ ਕੰਮਾਂ ਤੋਂ ਆਰਾਮ ਪਾ ਕੇ ਖੁਦਾ ਦੇ ਲਈ ਸਮਾਂ ਕੱਢੇ ਅਤੇ ਆਪਣਾ ਜੋ ਕੰਮ ਹੈ ਉਹਦੇ ਨੇਕੀ ਦੇ ਭਲਾਈ ਦੇ ਉਸ ਨੂੰ ਜਾਰੀ ਰੱਖੇ। ਪ੍ਰਭੂ ਯਿਸੂ ਮਸੀਹ ਸਬਤ ਦਾ ਵੀ ਪ੍ਰਭੂ ਹੈ ਤੇ ਅੱਜ ਪ੍ਰਭੂ ਯਿਸੂ ਮਸੀਹ ਉੱਥੇ ਹਾਜ਼ਰ ਹੈ, ਇਸ ਲਈ ਹੈਕਲ ਦੀ ਵੀ ਕੋਈ ਜ਼ਰੂਰਤ ਨਹੀਂ ਪੈਂਦੀ। ਯਿਸੂ ਮਸੀਹ ਉੱਤੇ ਤਾਨੇ ਲਾਏ ਜਾਂਦੇ ਕਿ ਸਬਤ ਨਹੀਂ ਮਨਾ ਰਹੇ ਉਸ ਦੇ ਚੇਲੇ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਅਸੀਂ ਫਰੀਸੀਆਂ ਵਾਂਗ ਨਾ ਬਣੀਏ। ਸਬਤ ਦਾ ਦਿਨ ਸਾਨੂੰ ਖੁਦਾ ਲਈ ਸਮਾਂ ਕੱਢਣ ਲਈ ਦਿੱਤਾ ਗਿਆ, ਆਪਣੇ ਦੁਨਿਆਵੀ ਕੰਮਾਂ ਤੋਂ ਆਰਾਮ ਪਾਉਣ ਲਈ ਦਿੱਤਾ ਗਿਆ, ਸਗੋਂ ਹੋਰ ਨੇਕੀ ਦੇ ਕੰਮ ਕਰਨ ਲਈ ਦਿੱਤਾ ਗਿਆ। ਤੇ ਇਸ ਲਈ ਅਸੀਂ ਜੋ ਸਬਤ ਸਾਡੇ ਲਈ ਐਤਵਾਰ ਦਾ ਦਿਨ ਹੈ ਉਸ ਨੂੰ ਕਿੱਦਾਂ ਅਸੀਂ ਬਿਤਾਉਣਾ ਹੈ। ਅਸੀਂ ਆਪਣੇ ਭੈਣ ਭਰਾਵਾਂ ਨੂੰ ਪਰਿਵਾਰਿਕ ਤੌਰ ਤੇ ਪਰਿਵਾਰ ਵਿੱਚ ਬੈਠ ਸਕਦੇ ਹਾਂ, ਪਰਿਵਾਰਿਕ ਤੌਰ ਤੇ ਖੁਦਾ ਦੀ ਹਜ਼ੂਰੀ ਵਿੱਚ ਜਾ ਸਕਦੇ ਹਾਂ, ਪਰਿਵਾਰਿਕ ਬਣ ਕੇ ਇੱਕ ਦੂਜੇ ਨੂੰ ਮਿਲ ਜੁਲ ਸਕਦੇ ਹਾਂ, ਇੱਕ ਦੂਜੇ ਦਾ ਹਾਲ ਚਾਲ ਪੁੱਛ ਸਕਦੇ ਹਾਂ, ਇੱਕ ਦੂਜੇ ਨਾਲ ਮੇਲ ਮਿਲਾਪ ਕਰ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਦੁਨਿਆਵੀ ਹਨ ਪਰ ਇਹ ਸਾਰੀਆਂ ਆਤਮਿਕ ਤੌਰ ਤੇ ਸਾਨੂੰ ਮਜ਼ਬੂਤ ਕਰਦੀਆਂ ਨੇ। ਇਸ ਲਈ ਪ੍ਰਭੂ ਯਿਸੂ ਮਸੀਹ ਕਹਿੰਦਾ ਕਿ ਬਾਹਰੀ ਕਾਨੂੰਨਾਂ ਨੂੰ ਮੰਨਣਾ ਹੀ ਸਬਤ ਨਹੀਂ ਹੈ, ਪਰ ਸਬਤ ਨੂੰ ਅੰਦਰੂਨੀ ਤੌਰ ਤੇ ਉਸ ਦਾ ਮਤਲਬ ਸਮਝੋ। ਦਇਆ ਹੈ, ਭਲਾਈ ਹੈ, ਨੇਕੀ ਹੈ, ਇਹ ਚੀਜ਼ਾਂ ਜ਼ਰੂਰੀ ਹਨ। ਤੇ ਆਓ ਅਸੀਂ ਆਪਣੇ ਜੀਵਨ ਵਿੱਚ ਦਿਖਾਵੇ ਵਾਲੇਪਨ ਨੂੰ ਦੂਰ ਕਰੀਏ, ਅਸਲੀਅਤ ਵਿੱਚ, ਸੱਚਾਈ ਵਿੱਚ, ਧਾਰਮਿਕਤਾ ਵਿੱਚ ਅਤੇ ਪਵਿੱਤਰਤਾ ਵਿੱਚ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰੀਏ। ਕਿਉਂਕਿ ਹਿਜ਼ਕੀਆ ਰਾਜਾ ਨੇ ਇਹ ਸਾਰਾ ਕੁਝ ਕੀਤਾ, ਖੁਦਾ ਉਸ ਤੋਂ ਖੁਸ਼ ਹੋਇਆ, ਖੁਦਾ ਨੇ ਉਸ ਨੂੰ ਚੰਗਿਆ ਕੀਤਾ, ਖੁਦਾ ਨੇ ਉਸ ਦੇ ਜ਼ਿੰਦਗੀ ਦੇ ਦਿਨ ਵਧਾਏ। ਤੇ ਇਹੀ ਚੀਜ਼ਾਂ ਸਾਡੇ 'ਤੇ ਵੀ ਲਾਗੂ ਹੁੰਦੀਆਂ ਹਨ। ਜੇ ਅਸੀਂ ਖੁਦਾ ਦੀਆਂ ਨਜ਼ਰਾਂ ਵਿੱਚ ਚੰਗੇ ਹਾਂ, ਦਿਖਾਵਾ ਨਹੀਂ ਕਰਦੇ ਪਰ ਸੱਚੇ ਦਿਲੋਂ ਅਸੀਂ ਅਸਲੀਅਤ ਵਿੱਚ ਆਪਣੇ ਜੀਵਨ ਨੂੰ ਸੱਚਾਈ ਵਿੱਚ ਬਿਤਾਉਂਦੇ ਹਾਂ ਤਾਂ ਖੁਦਾ ਹਮੇਸ਼ਾ ਸਾਡੇ ਨਾਲ ਹੁੰਦਾ, ਸਾਡੀ ਸੁਣਦਾ ਹੈ, ਸਾਨੂੰ ਚੰਗਿਆਂ ਕਰਦਾ ਹੈ, ਸਾਨੂੰ ਉਮਰ ਦੀ ਬਰਕਤ ਦਿੰਦਾ ਹੈ। ਅਤੇ ਇਸ ਲਈ ਆਓ ਅਸੀਂ ਅੱਜ ਦੇ ਇਹਨਾਂ ਪਾਠਾਂ ਤੋਂ ਸਿੱਖੀਏ ਕਿ ਬਾਹਰੀ ਦਿਖਾਵਾ ਜਾਂ ਬਾਹਰੀ ਤੌਰ 'ਤੇ ਰੀਤੀ ਰਿਵਾਜ਼ਾਂ ਨੂੰ ਪੂਰਾ ਕਰਨਾ ਹੀ ਸਬਤ ਨਹੀਂ ਹੈ। ਸਬਤ ਦਾ ਮਤਲਬ ਦਿਲੋਂ ਸਾਰਾ ਕੁਝ ਕਰਨਾ, ਸੱਚਾਈ ਵਿੱਚ ਰਹਿ ਕੇ ਕਰਨਾ, ਆਤਮਾ ਵਿੱਚ ਰਹਿ ਕੇ ਕਰਨਾ। ਆਮੀਨ। ਖੁਦਾਇਆ ਆਪਣੇ ਆਪ ਨੂੰ ਤੈਨੂੰ ਚੜਾਵਾਂ ਦੁਆਏ ਆਪਣੀ ਹੈ ਖੁਦਾ, ਤੈਨੂੰ ਸੁਣਾਵਾਂ ਖੁਦਾਇਆ ਆਪਣੇ ਆਪ ਨੂੰ ਤੈਨੂੰ ਚੜਾਵਾਂ ਦੁਆਏ ਆਪਣੀ ਹੈ ਖੁਦਾ, ਤੈਨੂੰ ਸੁਣਾਵਾਂ मैथों मेरा कुछ भी नहीं है,
जो कुछ है सो तेरा, मैं तो मेरा कुछ भी नहीं है, जो कुछ है सो तेरा। मेरी इस रुदा तू है मालिक, मेरी इस रुदा तू है मालिक, तन मन भी है तेरा, तन मन भी है तेरा। खुदाया अपने आप नू तेनू चढ़ावा, तेनू चढ़ावा, दुआए अपनी है खुदा, तेनू सुनावा, तेनू सुनावा। ਪ੍ਰੋਤ ਭੈਣੋ ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾ ਸਾਡਾ ਬਾਪ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਦੇ ਲਈ ਅਤੇ ਸਾਡੇ ਤੇ ਸਾਰੇ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਪ੍ਰਭੂ, ਸੰਤ ਬੋਨਾਵੈਂਚਰ ਦੀ ਯਾਦ ਮਨਾਉਂਦੇ ਹੋਏ ਅਸੀਂ ਇਹ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਬਖਸ਼ ਦੇ ਕਿ ਉਸ ਦੇ ਨਮੂਨੇ ਦੀ ਪੈਰਵੀ ਕਰਦੇ ਹੋਏ ਅਸੀਂ ਆਪਣੇ ਆਪ ਨੂੰ ਸੰਪੂਰਨ ਤੌਰ ਤੇ ਤੇਰੀ ਮਹਿਮਾ ਦੀ ਸੇਵਾ ਲਈ ਸਮਰਪਣ ਕਰੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਅੱਜ ਦੇ ਦਿਨ ਤੂੰ ਕਲੀਸਿਆ ਨੂੰ ਸੰਤ ਬੋਨਾਵੈਂਚਰ ਦੀ ਯਾਦ ਵਿੱਚ ਖੁਸ਼ੀ ਦਿੰਦਾ ਹੈ। ਉਸ ਦੇ ਨੇਕ ਅਤੇ ਪਵਿੱਤਰ ਜੀਵਨ ਰਾਹੀਂ ਤੂੰ ਸਾਨੂੰ ਪ੍ਰੇਰਨਾ ਦਿੰਦਾ ਹੈ ਅਤੇ ਉਸ ਦੇ ਪ੍ਰਚਾਰ ਰਾਹੀਂ ਸਾਨੂੰ ਸਿੱਖਿਆ ਦਿੰਦਾ ਹੈ। ਉਸ ਦੀ ਪ੍ਰਾਰਥਨਾ ਦੇ ਜਵਾਬ ਵਜੋਂ ਤੂੰ ਸਾਡੀ ਮਦਦ ਅਤੇ ਰਖਵਾਲੀ ਕਰਦਾ ਹੈ। ਇਸ ਲਈ ਅਸੀਂ ਸਵਰਗ ਦੇ ਫਰਿਸ਼ਤਿਆਂ ਅਤੇ ਸੰਤਾਂ ਦੇ ਢਾਣਿਆਂ ਨਾਲ ਰਲ ਕੇ ਤੇਰੀ ਸ਼ਾਨ ਦੇ ਗੀਤ ਗਾਉਂਦੇ ਹੋਏ ਇਹ ਪੁਕਾਰਦੇ ਹਾਂ। ਪਾਕ 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 ਲਸ਼ਕਰਾਂ ਦੀ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਹੈ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤੁਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਕਹਿੰਦੇ ਹੋਏ, ਤੁਸੀਂ ਸਾਰੇ ਲਓ ਤੇ ਇਸ ਵਿੱਚੋਂ ਪੀਓ, ਕਿਉਂ ਜੋ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਤੇ ਸਿੱਧੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੈ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ
ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜਦ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਉਹ ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਯਾਤਰੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕੋ ਅਤੇ ਅਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜਿੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ, ਸੰਤ ਬੋਨਾਵੈਂਚਰ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਹੈ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। और ਅਸੀਂ ਖੁਦਾ ਬਾਪ ਅੱਗੇ ਦੁਆ ਕਰੀਏ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਹੈ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਨਿਸ਼ਾਨ ਦੇਈਏ। दिली खुदा दी तू दुनिया दी गुनाह चुक ले जांदा है। दया करो दया करो दया करो प्रभु दया करो। दिली खुदा दी तू दुनिया दे गुनाह चुक ले जांदा है। दया करो दया करो दया करो प्रभु दया करो। मेरे खुदा दे तू दुनिया दे गुनाह चुक ले जांदा है। शांति दो शांति दो शांति दो प्रभु शांति दो प्रभु शांति दो प्रभु शांति दो। ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਉਹ ਹਨ ਜੋ ਇਸ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ऐ प्रभु मैं इस योग्य नहीं हाँ कि तू मेरी छत थले आवे,
ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭਜ ਦੂਰ ਹਨੇਰਾ ਜਾਂਦਾ ਏ। ਯਿਸੂ ਚਾਨਣ ਕਾਲੀਆਂ ਰਾਤਾਂ ਦਾ, ਮੀਂਹ ਰਹਿਮਤ ਦਾ ਬਰਸਾਤਾਂ ਦਾ। ਇਸ ਚਾਨਣ ਕਾਲੀਆਂ ਰਾਤਾਂ ਦਾ, ਮੀਂਹ ਰਹਿਮਤ ਦਾ ਬਰਸਾਤਾਂ। ਪਾਪਾਂ ਦੇ ਦਾਗ ਮਿਟਾਉਂਦਾ ਏ, ਪਾਪਾਂ ਦੇ ਦਾਗ ਮਿਟਾਉਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭਜ ਦੂਰ ਹਨੇਰਾ ਜਾਂਦਾ ਏ। ਪ੍ਰਭੂ ਕਹਿੰਦਾ ਹੈ, ਇਹ ਹੈ ਵਫਾਦਾਰ ਅਤੇ ਸਮਝਦਾਰ ਮੁੱਖ ਕਰਿੰਦਾ, ਜਿਸ ਨੂੰ ਉਸ ਦਾ ਮਾਲਕ ਆਪਣੇ ਘਰ-ਬਾਰ ਉੱਤੇ ਮੁਖਤਾਰੀ ਦਿੰਦਾ ਹੈ, ਤਾਂ ਜੋ ਉਹ ਉਹਨਾਂ ਨੂੰ ਠੀਕ ਸਮੇਂ ਤੇ ਉਹਨਾਂ ਦੇ ਹਿੱਸੇ ਦਾ ਭੋਜਨ ਦੇਵੇ। ਅਸੀਂ ਪ੍ਰਾਰਥਨਾ ਕਰੀਏ। हे खुदा, ਸਾਡੇ ਬਾਪ, ਜੀਵਨ ਦੀ ਰੋਟੀ ਪ੍ਰਭੂ ਯਿਸੂ ਮਸੀਹ ਨਾਲ ਤੂੰ ਸਾਨੂੰ ਰਜਾਇਆ ਹੈ। ਉਸ ਦੀ ਅੰਜੀਲ ਦੀ ਪਾਠਸ਼ਾਲਾ ਵਿੱਚ ਸਾਨੂੰ ਸਿੱਖਿਆ ਦੇ, ਤਾਂ ਜੋ ਸੰਤ ਬੋਨਾਵੈਂਚਰ ਦੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਅਸੀਂ ਤੇਰੀ ਸੱਚਾਈ ਨੂੰ ਜਾਣੀਏ ਤੇ ਬੇਗਰਜ ਪਿਆਰ ਨਾਲ ਉਸ ਦੀ ਗਵਾਹੀ ਦਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਚੜਾਏਗੀ, ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। खुदा दा शुक्र होवे। दुआ याद कर ऐ नहायत मेहरबान कुआरी मरियम, भई कदी ये नहीं सुनिया गया कि कोई भी तेरी पनाह लभदियां, तेरी मदद चाहुंदियां, तेरी सिफारिश मंगदियां तेथों खाली गया होवे। ऐ कुआरी कुआरियां दी अति मेरी मां, इस तसल्ली नाल मैं तेरे कोल नस के आउंदा हां अति तेरे अगे खलो के मैं गुनाही रोंदा हां। ऐ देतारे होए कलाम दी मां, तू मेरी अर्ज़ां की ना जान, सगों मेहरबानी नाल सुन अति कबूल कर। आमीन। शांति दी रानी मुबारक मां मरियम साडे लई दुआ कर। नाली यीशु दी ते नाले मेरी मां, सब औरतां दे विचों तन है। नाली यीशु दी ते नाले मेरी मां, सब औरतां दे विचों तन है। मरियम प्यारा जिदा नाम, सब औरतां दे विचों तन है। नाले यीशु दी नाले मेरी मां, सब औरतां दे विचों तन है।
नाले यीशु दी ते नाले मेरी माँ, सबे औरतां दे विचों धन्य है। खुशी दा सुनेहा जब्राईल आके दसिया, ईल आके दसिया। खुशी दा सुनेहा जब्राईल आके दसिया, ईल आके दसिया। यीशु ने दितार लिया रूह पाक वसिया, रूह पाक वसिया। यीशु ने दितार लिया रूह पाक वसिया, रूह पाक वसिया। जिहड़े वेले कीती ओने हाँ, सबे औरतां दे विचों धन्य है। नाले यीशु दी ते नाले मेरी माँ, सबे औरतां दे विचों धन्य है। नाले यीशु दी ते नाले मेरी माँ, सबे औरतां दे विचों धन्य है।